ਵੇਖੋ ਜਗ ਦੇ ਰੌਣਕ ਮੇਲੇ, ਵੇਖੋ ਜਗ ਦੇ ਰੌਣਕ ਮੇਲੇ। ਕੁਝ ਖੇਡਣ ਆਂਦੇ, ਕੁਝ ਖੇਡ ਕੇ ਜਾਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ, ਜੋ ਮੌਜਾਂ ਵਿੱਚ ਝੂਮ ਕੇ ਗਾਉਂਦੇ। ਖੁਸ਼ੀਆਂ ਖੇੜੇ ਸਾਡੇ ਵੇੜੇ, ਜੋਤੀ ਤੋਂ ਨੂਰ ਮਿਲਦਾ ਹੈ, ਸਾਡੇ ਦਿਲਾਂ ਨੂੰ ਸਰੂਰ ਮਿਲਦਾ ਹੈ। ਜਿਹੜਾ ਵੀ ਆਂਦਾ ਹੈ ਰੱਬ ਦੇ ਦੁਆਰੇ, ਉਹਨੂੰ ਕੁਛ ਨਾ ਕੁਛ ਜ਼ਰੂਰ ਮਿਲਦਾ ਹੈ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਖੁਸ਼ੀਆਂ ਖੇੜੇ ਸਾਡੇ ਵਿਹੜੇ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਪਿਛਲੀ ਕੜੀ ਦੇ ਵਿੱਚ ਅਸੀਂ ਸੁਸ਼ਮਾ ਦੀਦੀ ਤੋਂ ਸ਼ਿਵਰਾਤਰੀ ਦੇ ਮਹੱਤਵ ਦੇ ਬਾਰੇ ਤੇ ਪਰਮਾਤਮਾ ਦੇ ਅਵਤਰਣ ਦੇ ਬਾਰੇ ਪਤਾ ਕੀਤਾ ਸੀ, ਤੇ ਅਸੀਂ ਇਸ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਪੁੱਛਾਂਗੇ ਕਿ ਪਰਮਾਤਮਾ ਕਿੱਥੇ ਰਹਿੰਦਾ ਹੈ ਔਰ ਉਹਦੇ ਕੀ ਕੀ ਕਰਤੱਵ ਨੇ। ਤੇ ਸਾਡੇ ਨਾਲ ਨੇ ਸੁਸ਼ਮਾ ਦੀਦੀ। ਦੀਦੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਦੀਦੀ, ਅਸੀਂ ਪਿਛਲੀ ਕੜੀ ਦੇ ਵਿੱਚ ਜਾਣਿਆ ਸ਼ਿਵਰਾਤਰੀ ਦਾ ਕੀ ਮਹੱਤਵ ਹੈ, ਤੇ ਤੁਸੀਂ ਦੱਸਿਆ ਕਿ ਜਿਹੜਾ ਪਰਮਾਤਮਾ ਹੈ ਉਹ ਨੂਰ ਹੈ, ਉਹ ਜੋਤੀ ਹੈ। ਤੇ ਪਰ ਹੁਣ ਤੁਸੀਂ ਇਹ ਦੱਸੋ ਵੀ ਪਰਮਾਤਮਾ ਰਹਿੰਦਾ ਕਿੱਥੇ ਹੈ? ਕਦੀ ਤੇ ਅਸੀਂ ਉਹਨੂੰ ਗੁਰਦੁਆਰਿਆਂ 'ਚ ਲੱਭਦੇ ਫਿਰਦੇ ਹਾਂ, ਕਦੀ ਮੰਦਰਾਂ ਵਿੱਚ ਲੱਭਦੇ ਫਿਰਦੇ ਹਾਂ, ਉਹ ਕਿੱਥੇ ਰਹਿੰਦਾ ਹੈ? ਇਹ ਗੱਲ ਤੇ ਤੁਹਾਡੀ ਬਿਲਕੁਲ ਸੱਚੀ ਹੈ। ਹਾਂਜੀ। ਪਰ ਇਸੇ ਕਰਕੇ ਕਿਹਾ ਗਿਆ, ਉੱਚਾ ਤੇਰਾ ਨਾਮ, ਉੱਚਾ ਤੇਰਾ ਠਾਉ। ਜੇ ਕੋਈ ਇਨਸਾਨ ਦੁਖੀ ਹੁੰਦਾ ਹੈ, ਬੜਾ ਪਰੇਸ਼ਾਨ ਹੋ ਜਾਂਦਾ ਹੈ, ਤਾਂ ਵੀ ਕਹਿੰਦਾ ਹੈ ਉਹ ਉੱਪਰ ਵਾਲਾ ਹੀ ਸਾਰੀਆਂ ਗੱਲਾਂ ਜਾਣਦਾ ਹੈ ਜੀ, ਅਸੀਂ ਤਾਂ ਕਿਸੇ ਨੂੰ ਨਹੀਂ ਜਾਣਦੇ। ਹਾਂ, ਇਹ ਕੋਈ ਨਹੀਂ ਕਹਿੰਦਾ ਵੀ ਨੀਚੇ ਵਾਲਾ ਜਾਣਦਾ ਜਾਂ ਆਜੂ ਬਾਜੂ ਵਾਲਾ ਜਾਣਦਾ। ਇਹ ਵੀ ਨਹੀਂ ਕਹਿੰਦੇ ਕਿ ਕਣ ਕਣ ਵਾਲਾ ਜਾਣਦਾ ਹੈ, ਨਾ, ਕਹਿੰਦੇ ਜੀ ਉੱਪਰ ਵਾਲਾ। ਕੋਈ ਕਹਿੰਦਾ ਜੀ ਉਹ ਨੀਲੀ ਛਤਰੀ ਵਾਲਾ ਹੀ ਜਾਣਦਾ ਹੈ। ਆਰਤੀ 'ਚ ਵੀ ਕਹਿੰਦੇ ਆ, ਪਾਰ ਬ੍ਰਹਮ ਪਰਮੇਸ਼ਵਰ ਤੂੰ ਸਭ ਦਾ ਸੁਆਮੀ। ਇਸ ਦਾ ਮਤਲਬ ਇਹ ਹੈ ਕਿ ਪਰਮਾਤਮਾ ਜ਼ਰੂਰ ਕਿਤੇ ਹੋਰ ਰਹਿੰਦਾ ਹੈ। ਉੱਚਾ ਤੇਰਾ ਨਾਮ, ਉੱਚਾ ਤੇਰਾ ਠਾਂ, ਉਹ ਉਹਦਾ ਠਿਕਾਣਾ ਕਿਹੜਾ ਹੈ? ਇਹ ਸ੍ਰਿਸ਼ਟੀ 'ਚ ਸਾਰਾ ਮਨੁੱਖ ਰਹਿੰਦੇ ਆ, ਔਰ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ। ਜਦੋਂ ਯਾਦ ਕਰਦਾ ਹੈ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਪਰਮਾਤਮਾ ਨੂੰ ਅਸੀਂ ਕਿੱਦਾਂ ਦੇਖ ਸਕਦੇ ਹਾਂ? ਸਾਡੀਆਂ ਜਿਹੜੀਆਂ ਫੀਲਿੰਗਸ ਹੈ। ਮੈਂ ਹੁਣੇ ਰੱਬ ਨੂੰ ਯਾਦ ਕੀਤਾ, ਮੈਨੂੰ ਏਦਾਂ ਫੀਲ ਹੋ ਰਿਹਾ ਹੈ ਕਿ ਰੱਬ ਮੇਰੇ ਨਾਲ ਹੈ। ਜੇ ਕੋਈ ਮੈਨੂੰ ਪੁੱਛੇ ਰੱਬ ਕਿੱਥੇ, ਮੈਂ ਕਹਾਂਗੀ ਜੀ ਉਹ ਤੇ ਮੇਰੇ ਨਾਲ ਹੈ। ਦੂਜੇ ਨੇ ਕੀ ਸਮਝਿਆ, ਇਹਨਾਂ ਦੇ ਨਾਲ ਹੈ ਮਤਲਬ ਰੱਬ ਇੱਥੇ ਹੀ ਹੈ। ਲੇਕਿਨ ਇਹ ਤੇ ਮੇਰੀ ਭਾਵਨਾ ਸੀ। ਬੁੱਲੇ ਸ਼ਾਹ ਰੱਬ ਦਾ ਕੀ ਪਾਣਾ। ਬਿਲਕੁਲ ਸਹੀ। ਇਹੀ ਗੱਲ ਹੈ ਕਿ ਜਦੋਂ ਸਾਡਾ ਮਨ ਉਹਦੇ ਨਾਲ ਲੱਗ ਜਾਂਦਾ ਹੈ ਤਾਂ ਸਾਨੂੰ ਲੱਗਦਾ ਰੱਬ ਸਾਡੇ ਨਾਲ ਹੈ। ਇਹ ਹੋ ਗਈ ਭਾਵਨਾ ਦੀ ਗੱਲ। ਲੇਕਿਨ ਪ੍ਰਿੰਸੀਪਲ ਕੀ ਹੈ? ਪ੍ਰਿੰਸੀਪਲੀ ਸਿਧਾਂਤਿਕ ਰੂਪ ਨਾਲ ਪਰਮਾਤਮਾ ਪਰਮ ਧਾਮ ਦਾ ਵਾਸੀ ਹੈ। ਉਹ ਪਰਮ ਧਾਮ ਕੀ ਹੈ? ਇਹ ਸ੍ਰਿਸ਼ਟੀ, ਇਸ ਸੂਰਜ ਚਾਂਦ ਤੋਂ ਵੀ ਪਰੇ ਇੱਕ ਦੁਨੀਆ ਹੈ ਜਿੱਥੇ ਕੇਵਲ ਲਾਈਟ ਹੀ ਲਾਈਟ ਹੈ। ਇਹ ਤਾਂ ਹੁਣ ਸਾਇੰਟਿਸਟ ਵੀ ਕਹਿਣ ਲੱਗ ਗਏ ਹੈ ਕਿ ਹਾਂ ਵੀ ਇੱਕ ਹੋਰ ਕੋਈ ਦੁਨੀਆ ਜਿੱਥੇ ਕੇਵਲ ਲਾਈਟ ਹੀ ਲਾਈਟ ਹੈ। ਤਾਂ ਉਹ ਜਿਹੜੀ ਲਾਈਟ ਹੀ ਲਾਈਟ ਹੈ ਸੂਰਜ ਚਾਂਦ ਤੋਂ ਵੀ ਪਰੇ, ਉਹ ਪਰਮ ਧਾਮ ਕਹਿਲਾਂਦਾ ਹੈ। ਉਸਨੂੰ ਸ਼ਾਂਤੀ ਧਾਮ ਵੀ ਕਹਿੰਦੇ ਆ। ਔਰ ਪਰਮਾਤਮਾ ਉਸ ਪਰਮ ਧਾਮ ਤੋਂ ਇਸ ਜ਼ਮੀਨ ਤੇ ਆਂਦਾ ਹੈ। ਸੱਚਖੰਡ ਵੀ ਉਹਨੂੰ ਹੀ ਕਹਿੰਦੇ ਆ। ਸੱਚਖੰਡ ਵਸੇ ਨਿਰੰਕਾਰ, ਉਹ ਹੈ ਸੱਚਖੰਡ। ਇਹ ਦੁਨੀਆ ਤੇ ਝੂਠਖੰਡ ਹੈ, ਇੱਥੇ ਕਿੱਥੇ ਰੱਬ ਦਿਸਦਾ ਪਿਆ ਕਿਸੇ ਨੂੰ। ਜੇ ਤੁਸੀਂ ਆਪਣੇ ਘਰ 'ਚ ਇੱਕ ਛੋਟਾ ਜਿਹਾ ਨੌਕਰ ਵੀ ਛੱਡ ਕੇ ਜਾਂਦੇ ਹੋ ਨਾ, ਮੈਂ ਜਾ ਰਹੀ ਹਾਂ 2 ਘੰਟੇ ਲਈ, ਤੂੰ ਘਰ ਦਾ ਧਿਆਨ ਰੱਖੀ। ਜੇ ਪਿੱਛੋਂ ਕੋਈ ਆ ਜਾਏ, ਉਹ ਉਸ ਨੌਕਰ ਤੋਂ ਵੀ ਡਰਦਾ ਹੈ। ਨੌਕਰ ਦੀ ਗੱਲ ਛੱਡੋ, ਜੇ ਤੁਸੀਂ ਘਰ ਆਪਣੇ ਕੁੱਤਾ ਵੀ ਬੰਨ ਗਏ ਹੋ ਨਾ, ਤੇ ਉਹ ਆਉਣ ਵਾਲਾ ਡਰਦਾ ਹੈ ਕਿ ਅੰਦਰ ਕੋਈ ਹੈਗਾ, ਇਸੇ ਲਈ ਕੁੱਤਾ ਹੈ। ਔਰ ਤੁਸੀਂ ਸੋਚੋ, ਜੇ ਰੱਬ ਸਾਡੇ ਸਾਰਿਆਂ 'ਚ ਹੋਵੇ, ਫਿਰ ਇਨਸਾਨ ਇੰਨੇ ਗਲਤ ਕੰਮ ਕਿਉਂ ਕਰ ਰਿਹਾ ਹੈ? ਬਿਲਕੁਲ। ਫਿਰ ਇਨਸਾਨ ਅੱਜ ਕੀ ਖਾ ਪੀ ਰਿਹਾ ਹੈ? ਅਸੀਂ ਗੁਰਦੁਆਰੇ 'ਚ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਚਰਚ 'ਚ ਜਾਂਦੇ ਹਾਂ, ਕਦੀ ਅਸੀਂ ਰੱਬ ਦੇ ਅੱਗੇ ਤਾਮਸਿਕ ਚੀਜ਼ ਲੈ ਜਾਂਦੇ ਹਾਂ? ਨਹੀਂ, ਕਦੀ ਨਹੀਂ। ਗੁਰਦੁਆਰੇ 'ਚ ਸਾਨੂੰ ਕੜਾਹ ਪ੍ਰਸ਼ਾਦ ਮਿਲਦਾ ਹੈ, ਲੰਗਰ ਛਕਦੇ ਆ, ਉਹ ਵੀ ਕਿੰਨਾ ਸਿੰਪਲ। ਦਾਲ ਸਬਜ਼ੀ ਸਭ ਮਿਕਸ ਹੋਏਗਾ, ਪਰ ਉਹਦੇ 'ਚ ਕੋਈ ਤਾਮਸਿਕ ਚੀਜ਼ ਨਹੀਂ ਹੋਏਗੀ।
ਔਰ ਅਸੀਂ ਅੱਜ ਕੱਲ ਆਪਣੇ ਜੀਵਨ ਦੇ ਵਿੱਚ ਕੀ ਖਾ ਪੀ ਰਹੇ ਹਾਂ। ਤੇ ਪਰਮਾਤਮਾ ਜਿਹੜਾ ਸੱਚਖੰਡ ਵਿੱਚ ਰਹਿਣ ਵਾਲਾ ਹੈ, ਉਹੀ ਆ ਕੇ ਫਿਰ ਸੱਚਖੰਡ ਦੀ ਸਥਾਪਨਾ ਕਰਦਾ ਹੈ। ਤੇ ਦੀਦੀ ਫਿਰ ਇਹ ਲੋਕੀ ਕਿਵੇਂ ਕਹਿੰਦੇ ਆ ਵੀ ਪਰਮਾਤਮਾ ਸਾਡੇ ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਤੁਹਾਡੇ ਵਿੱਚ ਵੀ ਪਰਮਾਤਮਾ, ਮੇਰੇ ਵਿੱਚ ਵੀ ਹੁਣ ਪਰਮਾਤਮਾ। ਤੁਸੀਂ ਜੱਜ ਕਰੋ, ਹਾਂਜੀ ਹੁਣ ਤੁਸੀਂ ਖੁਦ ਡਿਸਾਈਡ ਕਰੋ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਹਾਡੇ ਅੰਦਰ ਰੱਬ ਹੈ ਤਾਂ ਤੁਸੀਂ ਰੋ ਕਿਉਂ ਰਹੇ ਹੋ, ਤੁਸੀਂ ਦੁਖੀ ਕਿਉਂ ਹੋ, ਹਾਂ, ਬਿਲਕੁਲ। ਤੁਸੀਂ ਕਿਸੇ ਨੂੰ ਤੰਗ ਕਿਉਂ ਕਰ ਰਹੇ ਹੋ, ਤੁਸੀਂ ਗਾਲੀਆਂ ਕਿਉਂ ਕੱਢ ਰਹੇ ਹੋ। ਪਰਮਾਤਮਾ ਦਾ ਜਦੋਂ ਅਸੀਂ ਗੁਣਗਾਨ ਕਰਦੇ ਹਾਂ, ਉਹਦੀ ਜਿਹੜੇ ਮਹਿਮਾ ਕਰਦੇ ਹਾਂ, ਉਹਨੂੰ ਕਹਿੰਦੇ ਆ ਕੀਰਤਨ। ਅੱਜ ਕੀ ਹੈ ਸਾਡੇ ਘਰ? ਕੀਰਤਨ ਹੈ ਜੀ, ਸ਼ਬਦ ਹੈ। ਉਹ ਸ਼ਬਦ ਹੈ। ਜਿਹੜਾ ਇਨਸਾਨ ਗਾਲੀਆਂ ਕੱਢਦਾ, ਸ਼ਬਦ ਤਾਂ ਉਹ ਵੀ ਹੈਗੇ, ਪਰ ਉਹਨੂੰ ਅਸੀਂ ਕਹਿੰਦੇ ਆ ਗਾਲੀਆਂ। ਤਾਂ ਜਿੱਥੇ ਕੇਵਲ ਅਸੀਂ ਰੱਬ ਨੂੰ ਯਾਦ ਕਰਦੇ ਹਾਂ, ਉਹ ਯਾਦ ਕਰਨ ਦੇ ਤਰੀਕੇ ਨੂੰ ਵੀ ਅਸੀਂ ਕੀਰਤਨ ਔਰ ਸ਼ਬਦ ਕਹਿੰਦੇ ਆ। ਬਿਲਕੁਲ ਸਹੀ। ਤੇ ਆਮ ਜੀਵਨ ਦੇ ਵਿੱਚ ਤੇ ਅਸੀਂ ਪਤਾ ਨਹੀਂ ਕੀ ਕਰਦੇ ਪਏ ਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਰਮਾਤਮਾ ਸਾਰਿਆਂ 'ਚ ਨਹੀਂ ਹੈ। ਇਹ ਸਾਰੀ ਸ੍ਰਿਸ਼ਟੀ ਤਾਂ ਕੂੜਖੰਡ ਹੈ। ਸੱਚਖੰਡ ਵਸੇ ਨਿਰੰਕਾਰ। ਉਹ ਪਰਮਾਤਮਾ ਉਸ ਪਰਮ ਧਾਮ ਸ਼ਾਂਤੀ ਧਾਮ ਵਿੱਚ ਰਹਿਣ ਵਾਲਾ ਹੈ ਔਰ ਕਲਯੁਗ ਦੇ ਅੰਤ ਵਿੱਚ ਇਸ ਦੁਨੀਆ 'ਚ ਆਂਦਾ ਹੈ। ਇਸੇ ਕਰਕੇ ਸ਼ਿਵਰਾਤਰੀ ਮਨਾਉਂਦੇ ਆ। ਸ਼ਿਵਰਾਤਰੀ ਉਸੇ ਦਾ ਯਾਦਗਾਰ ਹੈ। ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀ, ਕਈ ਲੋਕ ਸਮਝਦੇ ਸ਼ਿਵਰਾਤਰੀ ਤੇ ਕੀ ਹੋਇਆ ਸੀ, ਸ਼ਿਵ ਔਰ ਪਾਰਵਤੀ ਦਾ ਵਿਆਹ ਹੋਇਆ ਸੀ। ਤਾਂ ਕੋਈ ਇੱਕ ਪਾਰਵਤੀ ਦੀ ਗੱਲ ਨਹੀਂ ਹੈਗੀ। ਪਾਰਵਤੀ ਪਰੇ ਵਤਨ ਰਹਿਣ ਵਾਲੀ। ਜਿੱਦਾਂ ਕੋਈ ਸਾਡੇ ਪਿੰਡ ਦਾ ਰਹਿਣ ਵਾਲਾ ਆ ਜਾਏ, ਤੁਸੀਂ ਪੁੱਛੋ ਜੀ ਇਹ ਕੌਣ ਹੈ, ਅਸੀਂ ਕਹਿੰਦੇ ਆ ਇਹ ਤੇ ਜੀ ਸਾਡਾ ਵਤਨੀ ਹੈ, ਅਸੀਂ ਫਲਾਣੇ ਪਿੰਡ ਦੇ ਰਹਿਣ ਵਾਲੇ ਹਾਂ। ਤਾਂ ਇਹ ਸਰੀਰ ਤਾਂ ਸਾਨੂੰ ਇਸ ਦੁਨੀਆ 'ਚ ਮਿਲਦਾ ਹੈ ਔਰ ਇਹ ਸ਼ਕਤੀ ਆਤਮਾ ਇਸ ਸਰੀਰ ਨੂੰ ਇੱਥੇ ਹੀ ਛੱਡ ਕੇ ਜਾਂਦੀ ਹੈ ਔਰ ਫਿਰ ਕੋਈ ਦੂਸਰਾ ਜਨਮ ਲੈਂਦੀ ਹੈ। ਲੇਕਿਨ ਇਸ ਆਤਮਾ ਦਾ ਵੀ ਸੱਚਾ ਘਰ ਉਹ ਪਰਮ ਧਾਮ ਹੈ। ਇਹ ਉਸ ਪਰੇ ਵਤਨ ਤੋਂ ਇਸ ਪਰਾਏ ਦੇਸ਼ ਵਿੱਚ ਆਈ ਹੈ ਆਪਣਾ ਰੋਲ ਪਲੇ ਕਰਨ। ਤੇ ਅਸੀਂ ਸਾਰੇ ਆਤਮਾ ਰੂਪ ਵਿੱਚ ਪਾਰਵਤੀਆਂ, ਪਰੇ ਵਤਨ 'ਚ ਰਹਿਣ ਵਾਲੀਆਂ। ਹਾਂ, ਜਿਵੇਂ ਕਿ ਗੁਰਬਾਣੀ ਦੇ ਵਿੱਚ ਵੀ ਇਹ ਲਾਈਨ ਆਉਂਦੀ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਹੈ ਨਾ। ਤੇ ਨੈਚੁਰਲ ਹੈ, ਇਸ ਚੀਜ਼ ਤੋਂ ਵੀ, ਤੁਹਾਡੀ ਇਸ ਗੱਲ ਤੋਂ ਵੀ ਇਹ ਸਿੱਧ ਹੋ ਰਿਹਾ ਕਿ ਜਿਹੜੀ ਅਸੀਂ ਉੱਥੇ ਰਹਿੰਦੇ ਹਾਂ, ਉੱਪਰ ਵਤਨ ਦੇ ਵਿੱਚ ਰਹਿੰਦੇ ਹਾਂ, ਉਹੀ ਇਸ ਧਰਤੀ ਤੇ ਕਰਮ ਖੇਤਰ ਦੇ ਵਿੱਚ ਆਇਆ। ਇਹ ਸਰੀਰ ਰੂਪੀ ਸਾਨੂੰ ਜਿਹੜਾ ਹੈ ਵਸਤਰ, ਇੱਕ ਕਾਸਟਿਊਮ ਮਿਲਿਆ ਹੋਇਆ ਹੈ ਔਰ ਅਸੀਂ ਆਪਣਾ ਰੋਲ ਪਲੇ ਕਰ ਰਹੇ ਹਾਂ। ਲੇਕਿਨ ਆਤਮਾ ਉਸ ਪਰੇ ਵਤਨ ਦੀ ਰਹਿਣ ਵਾਲੀ ਹੈ। ਤੇ ਵਾਸਤਵ ਵਿੱਚ ਹਰ ਆਤਮਾ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹ ਤਾਂ ਆਤਮਾ ਤਾਂ ਪੁਆਇੰਟ ਆਫ ਲਾਈਟ ਹੈ ਨਾ। ਬਿਲਕੁਲ। ਇਸ ਕਰਕੇ ਆਤਮਾ ਹੀ ਪਾਰਵਤੀ ਪਰੇ ਵਤਨ ਦੀ ਰਹਿਣ ਵਾਲੀ ਹੈ। ਔਰ ਜਦੋਂ ਕਲਯੁਗ ਦੇ ਅੰਤ ਵਿੱਚ ਰੱਬ ਖੁਦ ਇਸ ਜ਼ਮੀਨ ਤੇ ਆਂਦੇ ਹੈ, ਸੱਚੀ ਰੱਬ ਆਂਦੇ ਹੈ, ਬਿਲਕੁਲ ਆਏ ਹੋਏ ਆ, ਆਂਦੇ ਹੀ ਨਹੀਂ, ਆਏ ਹੋਏ ਆ। ਇਹ ਤੁਹਾਡੇ ਲਈ ਖੁਸ਼ਖਬਰੀ ਹੈ। ਤੇ ਜੇ ਅਸੀਂ ਆਪਣਾ ਮਨ, ਆਪਣਾ ਦਿਲ ਦਿਮਾਗ ਉਹਦੇ 'ਚ ਲਗਾ ਲੈਂਦੇ ਹਾਂ, ਤਾਂ ਸਾਡਾ ਪਾਰਵਤੀ, ਸਾਡਾ ਸੰਬੰਧ ਉਸ ਨਾਲ ਜੁੜ ਜਾਂਦਾ ਹੈ। ਉਹ ਕਹਿੰਦੇ ਪਾਰਵਤੀ ਦਾ ਵਿਆਹ ਹੋਇਆ। ਵਿਆਹ ਮਾਨਾ ਕੀ ਹੈ? ਸੰਬੰਧ ਨਾ। ਹਾਂ, ਬਿਲਕੁਲ। ਤੁਸੀਂ ਆਪਣੇ ਬੱਚਿਆਂ ਦਾ ਵਿਆਹ ਕਰ ਵੀ, ਸਾਡੇ ਮੁੰਡੇ ਕੁੜੀ ਦਾ ਵਿਆਹ ਹੈ, ਸੰਬੰਧ, ਇੱਕ ਨया ਸੰਬੰਧ ਕਰ ਦਿੰਦੇ ਆ। ਇਹ ਆਤਮਾ ਔਰ ਪਰਮਾਤਮਾ ਦਾ ਜਿਹੜਾ ਸੰਬੰਧ ਜੁੜਦਾ ਹੈ, ਉਸ ਦੀ ਯਾਦਗਾਰ ਵਿੱਚ ਹੀ ਇਹ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਔਰ ਜਿਹੜਾ ਪਰਮਾਤਮਾ ਦਾ ਨਾਮ ਹੈ, ਉਹ ਉਸਦੇ ਗੁਣ ਔਰ ਕਰਤੱਵਯ ਦੇ ਆਧਾਰ ਤੇ ਹੈ। ਠੀਕ ਹੈ। ਜਿੱਦਾਂ ਪਰਮਾਤਮਾ ਨੂੰ ਕਹਿੰਦੇ ਹੈ ਸੋਮਨਾਥ। ਸੋਮ ਦਾ ਮਤਲਬ ਕੀ ਹੈ? ਸੋਮ ਮਤਲਬ ਹੈ ਅੰਮ੍ਰਿਤ। ਪਰਮਾਤਮਾ ਜਦੋਂ ਇਸ ਦੁਨੀਆ 'ਚ ਆਉਂਦੇ ਹੈ ਤੇ ਆ ਕੇ ਸਾਨੂੰ ਗਿਆਨ ਅੰਮ੍ਰਿਤ ਦਿੰਦੇ ਹੈ। ਆਤਮਾ ਦੀ ਪਿਆਸ ਗਿਆਨ ਅੰਮ੍ਰਿਤ ਨਾਲ ਬੁਝ ਜਾਂਦੀ ਹੈ ਔਰ ਆਤਮਾ ਅਮਰ ਹੋ ਜਾਂਦੀ ਹੈ। ਤੇ ਪਰਮਾਤਮਾ ਦਾ ਨਾਮ ਸੋਮਨਾਥ, ਅਮਰਨਾਥ ਹੈ। ਬਿਲਕੁਲ ਠੀਕ। ਕਾਠਮਾਂਡੂ 'ਚ ਜੇ ਤੁਸੀਂ ਦੇਖਿਆ ਹੋਏ, ਉੱਥੇ ਬਹੁਤ ਬੜਾ ਉੱਚਾ ਸ਼ਿਵਲਿੰਗ ਬਣਿਆ ਹੋਇਆ ਹੈ। ਹਾਂਜੀ। ਔਰ ਉਸਨੂੰ ਪਸ਼ੂਪਤੀਨਾਥ ਕਹਿੰਦੇ ਆ। ਹਾਂਜੀ। ਪਸ਼ੂਪਤੀਨਾਥ ਮਾਨਾ ਕੋਈ ਜਾਨਵਰਾਂ ਦਾ ਪਰਮਾਤਮਾ ਨਹੀਂ। ਸੰਸਕ੍ਰਿਤ ਵਿੱਚ ਇੱਕ ਧਾਤੂ ਹੈ ਪਾਸ਼। ਪਾਸ਼ ਮਾਨਾ ਬੰਧਨ। ਜਦੋਂ ਇਨਸਾਨ ਅਨੇਕ ਪ੍ਰਕਾਰ ਦੇ ਬੰਧਨਾਂ 'ਚ ਬੰਧ ਜਾਂਦਾ ਹੈ। ਅੱਜ ਕੱਲ ਤੁਸੀਂ ਦੇਖੋ ਕਿੰਨੇ ਤਰ੍ਹਾਂ ਦੇ ਬੰਧਨ ਹੈ। ਕੋਈ ਆਦਤਾਂ ਤੋਂ ਮਜਬੂਰ ਹੈ, ਕੋਈ ਆਪਣੀਆਂ ਗੱਲਾਂ ਤੋਂ ਮਜਬੂਰ ਹੈ, ਕੋਈ ਆਪਣੇ ਰਿਸ਼ਤੇਦਾਰਾਂ ਤੋਂ ਮਜਬੂਰ ਹੈ, ਕੋਈ ਆਪਣੇ ਪੜੋਸੀਆਂ ਤੋਂ ਮਜਬੂਰ ਹੈ। ਹਰ ਚੀਜ਼ 'ਚ ਅੱਜ ਦਾ ਇਨਸਾਨ ਮਜਬੂਰ ਹੈ। ਜਾਨਵਰ ਦੀ ਤਰ੍ਹਾਂ, ਜਾਨਵਰ ਤੇ ਇੱਕ ਖੁੰਟੇ ਤੇ ਬੰਨਿਆ ਹੁੰਦਾ ਹੈ, ਅਸੀਂ ਪਤਾ ਨਹੀਂ ਕਿੰਨੇ ਖੁੰਟਿਆਂ ਤੇ ਬੰਨੇ ਹੋਏ ਆ। ਤੇ ਜਦੋਂ ਪਰਮਾਤਮਾ ਇਸ ਦੁਨੀਆ 'ਚ ਆਂਦੇ ਹੈ ਤੇ ਆ ਕੇ ਆਤਮਾ ਨੂੰ ਇਹਨਾਂ ਸਾਰੇ ਖੁੰਟਿਆਂ ਤੋਂ ਸੁਤੰਤਰ ਕਰ ਦਿੰਦੇ ਆ। ਕਹਿੰਦੇ ਹੈ, ਹੇ ਆਤਮਾ ਤੂੰ ਮਾਲਿਕ ਹੈ। ਬਿਲਕੁਲ।
ਇਹ ਜਿਹੜਾ ਸਰੀਰ ਹੈ ਇਹ ਘੋੜਾ ਹੈ, ਅਸ਼ਵ ਹੈ। ਤੂੰ ਆਤਮਾ ਇਸ ਦੀ ਮਾਲਿਕ ਬਣ ਔਰ ਆਪਣੀ ਕਰਮ ਇੰਦਰੀਆਂ ਦੀ ਜਿਹੜੀ ਲਗਾਮ ਹੈ, ਮਨ ਔਰ ਬੁੱਧੀ, ਉਹ ਆਪਣੇ ਹੱਥ 'ਚ ਰੱਖ। ਜੇ ਕੋਈ ਘੋੜੇ ਤੇ ਬਹਿ ਜਾਏ ਪਰ ਲਗਾਮ ਉਹਦੇ ਹੱਥ 'ਚ ਨਾ ਹੋਏ ਤੇ ਤੁਸੀਂ ਸੋਚੋ ਉਸ ਬੰਦੇ ਦਾ ਕੀ ਹਾਲ ਹੋਏਗਾ। ਬਿਲਕੁਲ ਸਹੀ। ਅੱਜ ਕੱਲ ਇਨਸਾਨ ਦਾ ਇਹੀ ਹਾਲ ਹੈ। ਆਤਮਾ ਮਾਲਿਕ ਘੋੜੇ ਤੇ ਚੜੀ ਹੋਈ ਹੈ ਪਰ ਲਗਾਮ ਆਪਣੇ ਹੱਥ 'ਚ ਨਹੀਂ ਹੈ। ਇਸ ਕਰਕੇ ਅੱਜ ਕੱਲ ਸਾਰਿਆਂ ਦੇ ਹੀ ਫ੍ਰੈਕਚਰ ਹੋਏ ਹੋਏ ਆ, ਹੱਡੀਆਂ ਗੁੱਡੀਆਂ ਸਭ ਟੁੱਟੇ ਹੋਏ ਆ। ਬਿਲਕੁਲ ਸਹੀ। ਜੇ ਘੋੜੇ ਤੋਂ ਕੋਈ ਗਿਰ ਜਾਏ ਤਾਂ ਹੱਡ ਗੁੱਡ ਤੇ ਟੁੱਟਣਗੇ ਹੀ ਟੁੱਟਣਗੇ। ਕਹਿੰਦੇ ਜੀ ਸਾਡੀਆਂ ਹੱਡੀਆਂ ਕਮਜ਼ੋਰ ਹੈ। ਜਦੋਂ ਅਸੀਂ ਗੁਲਾਮ ਆ ਤੇ ਅਸੀਂ ਕਮਜ਼ੋਰ ਹੀ ਹੋਵਾਂਗੇ। ਹੁਣ ਪਰਮਾਤਮਾ ਇਹ ਕਹਿੰਦਾ ਹੈ, ਆਪਣੇ ਸਵਰੂਪ ਨੂੰ ਇਮਰਜ ਕਰ, ਆਪਣੀ ਸਮ੍ਰਿਤੀ ਦਾ ਸਵਰੂਪ ਬਣ। ਤੂੰ ਕੇਵਲ ਇਹ ਸਰੀਰ ਨਹੀਂ ਹੈ, ਆਤਮਾ ਹੈ, ਜੋਤੀ ਹੈ। ਹਾਂ, ਜਿਵੇਂ ਕਿ ਉਹਦੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣਾ ਮੂਲ ਪਛਾਣ। ਹਾਂ, ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਮੈਂ ਆਤਮਾ ज्योति और उस ज्योति स्वरूप परमात्मा दी संतान। इस स्वरूप ਨੂੰ ਇਮਰਜ ਕਰੋ। ਬਾਹਰੋਂ ਤਾਂ ਅਸੀਂ ਕਿੰਨਾ ਵੀ ਮੇਕਅਪ ਕਰ ਲਈਏ, ਹੁਣ ਮੇਰਾ ਮੂਡ ਤੇ ਚੰਗਾ ਨਹੀਂ ਹੈ ਤੇ ਉਹ ਮੇਕਅਪ ਕਿੱਦਾਂ ਦਾ ਲੱਗੇਗਾ। ਬਿਲਕੁਲ। ਕਿਸੇ ਇਨਸਾਨ ਦਾ ਜਦੋਂ ਮੂਡ ਖਰਾਬ ਹੋ ਜਾਂਦਾ ਨਾ, ਕਿੰਨਾ ਸੋਹਣਾ ਮੇਕਅਪ ਹੋਏ, ਸੋਹਣੇ ਜਿਹੇ ਕੱਪੜੇ, ਨਹੀਂ ਅੱਛਾ ਲੱਗਦਾ। ਫਿਰ ਉਹ ਕਹਿੰਦਾ ਮੈਂ ਕੁਛ ਨਹੀਂ, ਮੈਂ ਇਹ ਪਾਣਾ ਹੀ ਨਹੀਂ ਹੈ, ਹਟਾਓ ਸਾਰਾ। ਤੇ ਦੀਦੀ ਮੈਨੂੰ ਇਹ ਦੱਸੋ ਕਿ ਪਰਮਾਤਮਾ ਕਿਵੇਂ ਆਇਆ ਹੈ? ਤੁਸੀਂ ਕਹਿ ਰਹੇ ਹੋ ਵੀ ਪਰਮਾਤਮਾ ਆ ਚੁੱਕਿਆ ਹੈ, ਉਹ ਪਰਮਾਤਮਾ ਨੂੰ ਇੱਥੇ ਆਉਣ ਦੀ ਕੀ ਲੋੜ ਹੈ ਤੇ ਉਹ ਕਿਵੇਂ ਆਇਆ ਹੋਇਆ ਹੈ? ਪਰਮਾਤਮਾ ਦੇ ਆਉਣ ਦੀ ਲੋੜ ਤੇ ਹੈਗੀ, ਕਿਉਂਕਿ ਇਹ ਜਿਹੜਾ ਹੁਣ ਇੰਨਾ ਵੱਡਾ ਸ੍ਰਿਸ਼ਟੀ ਰੂਪੀ ਮਕਾਨ ਹੈ, ਹਾਂਜੀ, ਇਹ ਤੇ ਚਾਰੋਂ ਤਰਫੋਂ ਜੇ ਤੁਸੀਂ ਦੇਖੋ ਇਹ ਗਿਰ ਹੀ ਰਿਹਾ ਹੈ। ਨਾ ਤੇ ਅੱਜ ਧਰਮ ਹੈ, ਧਰਮ ਅਧਰਮ ਹੋ ਗਏ ਹਾਂ। ਅਸੀਂ ਇਨਸਾਨ ਸਿਰਫ ਕਰਮ ਕਾਂਡ ਵਿੱਚ ਹੀ ਫਸ ਗਏ ਹਾਂ। ਬਿਲਕੁਲ। ਪੈਸਾ ਦੇਖ ਲਓ ਤੁਸੀਂ, ਕਹਿੰਦੇ ਆ ਜੀ ਬਲੈਕ ਮਨੀ ਹੈ, ਵਾਈਟ ਮਨੀ ਪਤਾ ਨਹੀਂ ਕਿੱਥੇ ਗਿਆ। ਫਿਰ ਇਨਸਾਨ ਬੰਧਨਾਂ 'ਚ ਫਸਿਆ ਹੋਇਆ। ਇੱਛਾ ਦਾ ਗੁਲਾਮ ਹੈ। ਧਰਮ ਅਰਥ ਕਾਮ ਮੋਕਸ਼। ਸਾਡੇ ਚਾਰੋਂ ਦੇ ਚਾਰੋਂ ਪਿੱਲਰ ਹਿੱਲੇ ਹੋਏ ਆ। ਜੇ ਹੁਣ ਨਹੀਂ ਰੱਬ ਆਏਗਾ ਤੇ ਕਦੋਂ ਆਏਗਾ? ਕਿਉਂਕਿ ਇਹ ਮਕਾਨ ਤਾਂ ਹੁਣ ਗਿਰਨ ਵਾਲਾ, ਢਹਿਣ ਵਾਲਾ। ਤੇ ਰੱਬ ਆਂਦਾ ਕਿਵੇਂ ਹੈ? ਹੁਣ ਇਹ ਗੱਲ ਸਮਝਣ ਦੀ ਹੈ। ਪਰਮਾਤਮਾ ज्योति स्वरूप ਹੈ। ਕਈ ਲੋਕ ਇਹ ਸੋਚਦੇ ਆ ਦੁਨੀਆ ਬਦਲਣੀ ਹੈ, ਫਿਰ ਤੇ ਪਰਮਾਤਮਾ ਤੇ ਆਪਣੇ ਆਪ ਕੁਝ ਵੀ ਚਮਤਕਾਰ ਕਰ ਸਕਦਾ ਹੈ। ਇੱਥੇ ਆਉਣ ਦੀ ਕੀ ਲੋੜ ਹੈ? ਇੱਥੇ ਆਉਣ ਦੀ ਕੀ ਲੋੜ ਹੈ? ਲੇਕਿਨ ਪਹਿਲੀ ਗੱਲ ਇਹ ਸਮਝਣੀ ਹੈ, ਪਰਿਵਰਤਨ ਕਿਸ ਦਾ ਕਰਨਾ ਹੈ, ਟ੍ਰਾਂਸਫਰਮੇਸ਼ਨ ਕਿੱਥੇ ਚਾਹੀਦੀ ਹੈ, ਚੇਂਜ ਕਿੱਥੇ ਚਾਹੀਦੀ ਹੈ? ਚੇਂਜ ਇਨਸਾਨ ਵਿੱਚ ਚਾਹੀਦੀ ਹੈ। ਇਨਸਾਨ ਕੇਵਲ ਇਹ ਹੱਡੀ ਮਾਸ ਦਾ ਨਾਂ ਨਹੀਂ ਹੈ। ਹੱਡੀ ਮਾਸ ਦੇ ਨਾਲ ਜਦੋਂ ਆਤਮਾ ਹੈ ਤਾਂ ਉਹ ਇਨਸਾਨ ਹੈ। ਪਰਿਵਰਤਨ ਇਨਸਾਨ ਦਾ ਚਾਹੀਦਾ, ਆਤਮਾ ਦਾ ਚਾਹੀਦਾ ਹੈ। ਤੇ ਆਤਮਾ ਸੁਣਦੀ ਕਿੱਦਾਂ ਹੈ? ਜਦੋਂ ਕੰਨਾਂ ਨਾਲ। ਦੇਖਦੀ ਕਿੱਦਾਂ ਹੈ? ਅੱਖਾਂ ਨਾਲ। ਬੋਲਦੀ ਕਿੱਦਾਂ ਹੈ? ਮੂੰਹ ਨਾਲ। ਮਹਿਸੂਸ ਕਿੱਦਾਂ ਕਰਦੀ ਹੈ? ਸਕਿਨ ਨਾਲ। ਬਿਲਕੁਲ ਸਹੀ ਕਹਿ ਰਹੇ ਹੋ। ਪਰਮਾਤਮਾ ਵੀ ਜਦੋਂ ਇਸ ਜ਼ਮੀਨ ਤੇ ਇਸ ਤਰ੍ਹਾਂ ਰੂਪ ਲੈ ਕੇ ਆਵੇ ਤਾਂ ਅਸੀਂ ਉਸ ਦੀਆਂ ਗੱਲਾਂ ਨੂੰ ਸਮਝ ਸਕਦੇ ਹਾਂ। ਅਸੀਂ ਉਸ ਦੀ ਪ੍ਰੇਰਣਾ, ਅਸੀਂ ਉਸ ਦੀ ਆਕਾਸ਼ਵਾਣੀ ਨਹੀਂ ਸਮਝ ਸਕਦੇ। ਹੁਣ ਅਸੀਂ ਦੋ ਬੈਠੇ ਹਾਂ, ਮੈਂ ਤੁਹਾਨੂੰ ਉਧਰ ਇੱਕ ਇਸ਼ਾਰਾ ਕਰਦੀ ਹਾਂ, ਬੋਲਦੀ ਨਹੀਂ। ਤੁਸੀਂ ਸੋਚੋਗੇ ਪਤਾ ਨਹੀਂ ਕਿਸ ਚੀਜ਼ ਨੂੰ ਇਸ਼ਾਰਾ ਕੀਤਾ, ਕੱਪੜੇ ਨੂੰ ਹੈ ਕਿ ਟੇਬਲ ਨੂੰ ਹੈ ਕਿ ਕਾਪੀ ਚਾਹੀਦੀ ਹੈ ਕਿ ਪੈਨ ਚਾਹੀਦਾ ਹੈ। ਇਨਸਾਨ ਦਾ ਇਸ਼ਾਰਾ ਨਹੀਂ ਸਮਝ ਸਕਦਾ। ਤੇ ਰੱਬ ਜਿਹੜਾ ਇੰਨਾ ਸੁਪਰੀਮ ਹੈ, ਉਸ ਦਾ ਇਸ਼ਾਰਾ ਕਿੱਦਾਂ ਸਮਝੇਗਾ? ਬਿਲਕੁਲ। ਇਸ ਲਈ ਪਰਮਾਤਮਾ ਜਦੋਂ ਇਸ ਜ਼ਮੀਨ ਤੇ ਆਂਦਾ ਹੈ, ਉਹ ਕਿਸੇ ਇਨਸਾਨ ਦਾ ਆਧਾਰ ਲੈਂਦਾ ਹੈ। ਲੇਕਿਨ ਇੱਕ ਗੱਲ, ਪਰਮਾਤਮਾ ਕੌਣ ਹੈ? ਜਿਹੜਾ ਅਜਨਮਾ ਹੈ, ਅਕਰਤਾ ਹੈ, ਅਭੋਗਤਾ ਹੈ। ਬਿਲਕੁਲ। ਉਹ ਸਾਡੇ ਔਰ ਤੁਹਾਡੀ ਤਰ੍ਹਾਂ ਜਨਮ ਨਹੀਂ ਲੈਂਦਾ, ਲੇਕਿਨ ਪਰ ਕਾਇਆ ਪ੍ਰਵੇਸ਼ ਕਰਦਾ ਹੈ। ਗੀਤਾ 'ਚ ਵੀ ਹੈ, हे अर्जुन मैं पर काया प्रवेश कर ਗਿਆਨ ਦੇਤਾ ਹੂੰ। ਤੇ ਇਹਦਾ ਕੀ ਸਬੂਤ ਹੈ ਕਿ ਵਾਕਈ ਹੀ ਪਰਮਾਤਮਾ ਜਿਹੜਾ ਹੈ ਉਹ ਇੱਥੇ ਆਂਦਾ ਹੈ ਤੇ ਆਧਾਰ ਲੈ ਕੇ ਸਾਨੂੰ ਬੋਲਦਾ? ਅੱਧੀ ਦੁਨੀਆ ਤਾਂ ਇਸ ਗੱਲ ਨੂੰ ਮੰਨ ਕੇ ਹੀ ਨਹੀਂ ਰਾਜੀ ਕਿ ਪਰਮਾਤਮਾ ਨੂੰ ਆਧਾਰ ਲੈਣ ਦੀ ਕੀ ਲੋੜ ਹੈ। ਦੁਨੀਆ ਮੰਨੇ ਜਾਂ ਨਾ ਮੰਨੇ, ਇੱਕ ਗੱਲ ਤੁਸੀਂ ਇਹ ਵੀ ਸਮਝ ਲਓ, ਸਾਰੇ ਲੋਕੀ ਡਾਕਟਰ ਨਹੀਂ ਬਣਦੇ, ਸਾਰੇ ਲੋਕੀ ਇੰਜੀਨੀਅਰ ਨਹੀਂ ਬਣਦੇ, ਸਾਰੇ ਲੋਕੀ ਵਪਾਰੀ ਨਹੀਂ ਬਣਦੇ, ਸਾਰੇ ਲੋਕੀ ਟੀਚਰ ਨਹੀਂ ਬਣਦੇ, ਸਾਰੇ ਲੋਕੀ ਜੱਜ ਨਹੀਂ ਬਣਦੇ, ਸਾਰੇ ਲੋਕੀ ਵਕੀਲ ਨਹੀਂ ਬਣਦੇ। ਥੋੜੇ ਜਿਹੇ ਲੋਕ ਕੋਈ ਇੱਕ ਪ੍ਰੋਫੈਸ਼ਨ ਸਿੱਖ ਲੈਂਦੇ ਆ ਔਰ ਉਹ ਸਾਰਾ ਸਮਾਜ ਦਾ, ਦੁਨੀਆ ਦਾ ਕਲਿਆਣ ਕਰਦੇ ਰਹਿੰਦੇ ਆ। ਇਹ ਕਲਯੁਗੀ ਦੁਨੀਆ 'ਚ ਜਿਹੜੀ ਇੰਨੀ ਇਸ ਟਾਈਮ ਤੇ ਪਾਪੂਲੇਸ਼ਨ ਹੈ,
ਇਹ ਸਾਰੇ ਕੋਈ ਰਾਜਯੋਗੀ ਨਹੀਂ ਬਣਨਗੇ, ਇਹ ਸਾਰੇ ਕੋਈ ਪਰਮਾਤਮਾ ਨੂੰ ਯਾਦ ਨਹੀਂ ਕਰਨਗੇ। ਕਦੀ ਤੁਸੀਂ ਇਸ ਭੁਲੇਖੇ 'ਚ ਰਹਿ ਜਾਓ, ਮੈਂ ਤੇ ਆ ਗਈ, ਇਹ ਮੇਰਾ ਪੜੋਸੀ, ਇਹ ਮੇਰਾ ਭਰਾ, ਇਹ ਮੇਰਾ ਮਾਮਾ, ਇਹ ਮੇਰਾ ਚਾਚਾ, ਇਹ ਤੇ ਮੰਨਦਾ ਹੀ ਨਹੀਂ, ਕੋਈ ਨਹੀਂ ਮੰਨੇਗਾ। ਜੇ ਤੁਸੀਂ ਵੀ ਇਸ ਗੱਲ ਨੂੰ ਸਮਝ ਜਾਓ ਤਾਂ ਤੁਸੀਂ ਲੱਕੀ ਹੋ। सत्य नारायण दी कथा च किया गया है, बूढ़ा ब्राह्मण बनकर आयो कंचन महल कियो। परमात्मा मनुष्य तन विच प्रवेश करता है और फिर उस दे मुख द्वारा वाणी उच्चारण करता है। इस दे लई मैं तुहानू ਜਿਹੜੀ ਇੱਕ ਗੱਲ ਪਹਿਲੇ ਪੱਕੀ ਕੀਤੀ, ਉਹ ਅਜਨਮ ਹੈ, ਜਨਮ ਨਹੀਂ ਲੇਗਾ, ਪ੍ਰਵੇਸ਼ ਕਰਕੇ ਬੋਲਣਾ ਸ਼ੁਰੂ ਕਰ ਦੇਗਾ। ਬਿਲਕੁਲ ਇਸ ਦੇ ਵਿੱਚ ਆਏਗਾ, ਕੋਈ ਵੀ ਇੱਕ ਮਨੁੱਖ ਚਾਹੇਗਾ। ਅਸੀਂ ਇਹ ਪ੍ਰਸ਼ਨ ਨਹੀਂ ਕਰ ਸਕਦੇ ਇਹਦੇ ਚ ਕਿਉਂ ਆਇਆ, ਇਹਦੇ ਚ ਕਿਉਂ ਨਹੀਂ ਆਇਆ, ਉਹ ਤਾਂ ਇੱਕ ਹੈ, ਇੱਕ ਵਿੱਚ ਹੀ ਆਏਗਾ। ਜੇ ਮੇਰੇ ਚ ਆ ਜਾਏ ਤੁਸੀਂ ਕਹੋਗੇ ਕਿਉਂ ਤੇਰੇ ਚ ਕਿਉਂ ਆਇਆ, ਅੱਛਾ ਚਲੋ ਤੁਹਾਡੇ ਚ ਆ ਜਾਂਦਾ, ਤੁਹਾਡੇ ਚ ਕਿਉਂ ਆਇਆ। ਪਰਮਾਤਮਾ ਇੱਕ ਹੈ, ਉਹ ਇੱਕ ਮਨੁੱਖ ਤਨ ਦਾ ਆਧਾਰ ਲੈਂਦਾ ਹੈ। ਤਾਂ ਪਰਮਾਤਮਾ ਹੁਣ ਇਸ ਜ਼ਮੀਨ ਤੇ ਆ ਚੁੱਕਿਆ ਹੈ ਔਰ ਪ੍ਰਜਾਪਿਤਾ ਬ੍ਰਹਮਾ ਦੁਆਰਾ ਸਭ ਨੂੰ ਗਿਆਨ ਔਰ ਯੋਗ ਸਿਖਾ ਰਿਹਾ ਹੈ। ਇਹ ਪ੍ਰਜਾਪਿਤਾ ਬ੍ਰਹਮਾ ਕੌਣ ਹੈ? ਸਿੰਧ ਹੈਦਰਾਬਾਦ ਚ ਇੱਕ ਵਪਾਰੀ ਸੀ ਜਿਨ੍ਹਾਂ ਦਾ ਨਾਮ ਸੀ ਦਾਦਾ ਲੇਖਰਾਜ। ਔਰ ਉਹ ਦਾਦਾ ਲੇਖਰਾਜ ਦਾ ਵਪਾਰ ਜਵੈਲਰ ਕਲਕੱਤੇ ਵਿੱਚ ਸੀ ਔਰ ਉਹ ਆਪਣੇ ਜੀਵਨ ਚ ਬਹੁਤ ਸੰਪੰਨ ਸੀ, ਰੱਬ ਨੂੰ ਯਾਦ ਕਰਦੇ ਸੀ ਔਰ ਗੀਤਾ ਪਾਠੀ ਸੀ। 1936-37 ਦੀ ਗੱਲ ਹੈ ਕਿ ਉਹਨਾਂ ਦੇ ਜੀਵਨ ਚ ਆਪਣੇ ਆਪ ਹੀ ਨੈਚੁਰਲ ਇੱਕ ਵੈਰਾਗ ਜਿਹਾ ਆਉਣ ਲੱਗਿਆ। ਉਹਨਾਂ ਨੂੰ ਖੁਦ ਵੀ ਸਮਝ ਨਹੀਂ ਆਇਆ ਇਹ ਕੀ ਹੋ ਰਿਹਾ ਹੈ। ਉਹ ਕਲਕੱਤੇ ਤੋਂ ਵਾਪਿਸ ਸਿੰਧ ਹੈਦਰਾਬਾਦ ਜਾ ਰਹੇ ਸੀ, ਬਨਾਰਸ ਚ ਆਪਣੇ ਇੱਕ ਦੋਸਤ ਕੋਲ ਉਤਰ ਗਏ ਮਿਲਣ ਦੇ ਲਈ। ਲੇਕਿਨ ਉੱਥੇ ਬੈਠੇ ਬੈਠੇ ਉਹਨਾਂ ਨੇ ਜਦ ਸ਼ਾਮ ਦੇ ਵੇਲੇ ਰੱਬ ਨੂੰ ਯਾਦ ਕਰ ਰਹੇ ਸੀ, ਉਹਨਾਂ ਨੂੰ 2 ਸਾਖਸ਼ਾਤਕਾਰ ਹੋਏ ਔਰ ਉਹ ਬੜੇ ਵੰਡਰਫੁਲ ਸੀ। 1936-37 ਚ ਪਹਿਲਾ ਸਾਖਸ਼ਾਤਕਾਰ ਉਹਨਾਂ ਨੂੰ ਇਹ ਹੋਇਆ ਕਿ ਆਕਾਸ਼ ਤੋਂ ਅੱਗ ਬਰਸ ਰਹੀ ਹੈ, ਨੀਚੇ ਖੂਨ ਦੀਆਂ ਨਦੀਆਂ ਵਹਿ ਰਹੀਆਂ। ਅੱਛਾ, ਇਹੋ ਜਿਹਾ ਦ੍ਰਿਸ਼ ਦੇਖ ਕੇ ਉਹ ਤੇ ਘਬਰਾ ਗਏ ਕਿ ਮੈਂ ਤੇ ਰੱਬ ਨੂੰ ਯਾਦ ਕਰ ਰਿਹਾ ਸੀ, ਇਹ ਕੀ ਹੋ ਰਿਹਾ? ਹੇ ਰੱਬ, ਮੇਰੀ ਕਿਹੜੀ ਗਲਤੀ ਹੋ ਗਈ? ਇਹ ਕਿਹੜਾ ਅਪਸ਼ਗਨ ਹੋ ਰਿਹਾ? ਤਾਂ ਉਹ ਇੰਨਾ ਡਰਾਵਨਾ ਦ੍ਰਿਸ਼ ਦੇਖ ਕੇ ਰੋਣ ਲੱਗ ਗਏ ਜ਼ੋਰ ਜ਼ੋਰ ਦੀ। ਫਿਰ ਥੋੜੀ ਦੇਰ ਬਾਅਦ ਹੀ ਉਹਨਾਂ ਨੇ ਇੱਕ ਬੜਾ ਸੁੰਦਰ ਦ੍ਰਿਸ਼ ਦੇਖਿਆ ਔਰ ਉਹ ਦ੍ਰਿਸ਼ ਇਹ ਸੀ कि आकाश तो तारे टूट रहे हैं और वो तारे इस जमीन ते पहुंचन तो पहले ही कोई ना कोई देवी देवता दा रूप ले लेंदे हैं अपने आप ही। अच्छा, और वो आपस विच मिलके रास कर रहे हैं, डांस कर रहे हैं, खेल रहे हैं। और बड़ा जिन्ना वो डरावना सी दृश्य ओना ही ये सुंदर मन मोहक दृश्य। अच्छा, ਇਹ ਦੇਖ ਕੇ ਉਹ ਪੁਰਾਣਾ ਦ੍ਰਿਸ਼ ਭੁੱਲ ਗਏ ਔਰ ਉਹਨੂੰ ਦੇਖਣ ਲੱਗ ਗਏ। ਔਰ ਉਸ ਟਾਈਮ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਕੋਈ ਕਹਿ ਰਿਹਾ ਹੈ ਕਿ ਤੈਨੂੰ ਇਹੋ ਜਿਹੀ ਦੁਨੀਆ ਬਣਾਣੀ ਹੈ। ਅੱਛਾ, ਔਰ ਜਦੋਂ ਉਹ ਥੋੜਾ ਆਪਣੇ ਉਹ ਸਾਰੇ ਦ੍ਰਿਸ਼ ਪੂਰੇ ਹੋ ਗਏ ਉਸ ਚਾਹੇ, ਉਹਨਾਂ ਨੇ ਕਿਹਾ ਦੁਨੀਆ ਬਣਾਣੀ ਹੈ। ਇਨਸਾਨ ਇੱਕ ਆਪਣਾ ਘਰ ਬਣਾ ਲੇ ਤੇ ਬੜੀ ਗੱਲ ਹੈ, ਤੇ ਦੁਨੀਆ ਤਾਂ ਬਹੁਤ ਵੱਡੀ ਗੱਲ ਹੈ। ਤਾਂ ਇਹ ਤਾਂ ਇੱਕ ਲੰਬੀ ਕਹਾਣੀ ਹੈ। ਫਿਰ ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਬਿਜ਼ਨਸ ਵਿੱਚ ਵੈਰਾਗ ਆਇਆ ਔਰ ਉਹ ਸਿੰਧ ਹੈਦਰਾਬਾਦ ਚਲੇ ਗਏ ਔਰ ਉਸ ਤੋਂ ਬਾਅਦ ਉਹਨਾਂ ਦੇ ਜੀਵਨ 'ਚ ਟੋਟਲ ਇੱਕ ਚੇਂਜ ਆ ਗਿਆ। ਉਹ ਆਪਣੇ ਘਰ ਹੀ ਰਹਿੰਦੇ ਸੀ ਆਪਣੀ ਫੈਮਿਲੀ ਨਾਲ ਔਰ ਗੀਤਾ ਪਾਠ ਕਰਦੇ ਸੀ। ਔਰ ਜਿੱਦਾਂ ਸਾਡੇ ਘਰਾਂ 'ਚ ਹੁੰਦਾ, ਇੱਕ ਦੇ ਘਰ ਪਾਠ ਹੋਏ ਤੇ ਸਾਰੇ ਲੋਕੀ ਆਸ-ਪਾਸ ਵਾਲੇ ਆ ਜਾਂਦੇ ਆ। गीता पढ़ते सी तो सारियां च हो गया कि दादा लेखराज बहुत अच्छी गीता सुनाते हैं। तो वो गीता सुनन लई लोकी उन्हां दे घर जान लग गए कि ये एक नया ही अर्थ सुनाते हैं, ये एक नया अर्थ सुनाते हैं। और गीता पढ़ के फिर दादा लेखराज उस टाइम ओम दी ध्वनि लगांदे सी, बहुत उच्चा ओम उच्चारण हुंदा सी। ਤਾਂ ਉਹਦਾ ਨਾਂ ਹੀ ਬਲਕਿ ਓਮ ਮੰਡਲੀ ਪੈ ਗਿਆ। ਔਰ ਓਮ ਮੰਡਲੀ ਵਿੱਚ ਦਾਦਾ ਲੇਖਰਾਜ ਦੇ ਦੁਆਰਾ ਜਦੋਂ ਓਮ ਧਵਨੀ ਲੱਗਦੀ ਸੀ ਤੇ ਜਿਹੜੇ ਹੋਰ ਬੈਠੇ ਹੋਈ ਸੰਗਤਾਂ ਹੁੰਦੀਆਂ ਸੀ ਉਹ ਵੀ ਕਿਸੇ ਨਾ ਕਿਸੇ ਆਪਣੇ ਇੱਕ ਤਰੀਕੇ ਦੀ ਡਿਵਾਈਨ ਫੀਲਿੰਗਸ ਵਿੱਚ ਚਲੇ ਜਾਂਦੇ ਸੀ। ਔਰ ਕਈਆਂ ਨੂੰ ਏਦਾਂ ਲੱਗਦਾ ਸੀ ਕਿ ਜਿੱਦਾਂ ਸਾਡੇ ਸਾਹਮਣੇ ਸ਼੍ਰੀ ਕ੍ਰਿਸ਼ਨ ਹੈ। ਅੱਛਾ, ਸਾਡੇ ਸਾਹਮਣੇ ਕੋਈ ਦੇਵੀ ਹੈ, ਕੋਈ ਦੇਵਤਾ ਹੈ। ਔਰ ਉਹਦੇ ਚੋਂ ਮਸਤ ਹੋ ਜਾਂਦੇ ਸੀ। ਮਤਲਬ ਇੰਨਾ ਨਸ਼ਾ, ਰੂਹਾਨੀ ਨਸ਼ਾ ਚੜ ਜਾਣਾ ਜਿਹਨੂੰ ਕਹਿੰਦੇ ਆ।
ਉਹਨਾਂ ਨੂੰ ਨਾਮ ਖੁਮਾਰੀ ਚੜ ਜਾਂਦੀ, ਜਿਹੜਾ 2-3 ਘੰਟੇ ਇਦਾਂ ਬੈਠੇ ਰਹਿੰਦੇ ਲੋਕੀ ਦੇਖਦੇ ਰਹੇ। ਤਾਂ ਇਹ ਇੱਕ ਬੜੀ ਲੰਬੀ ਕਹਾਣੀ ਹੈ ਕਿੱਦਾਂ ਇਹ ਬ੍ਰਹਮਾ ਕੁਮਾਰੀਜ਼ ਦੀ ਸ਼ੁਰੂ ਵਿੱਚ ਐਸਟੈਬਲਿਸ਼ਮੈਂਟ ਹੋਈ ਹੈ। ਅਸਲ 'ਚ ਧਰਮ ਦਾ ਅਰਥ ਕੀ ਹੈ? ਧਰਮ ਦਾ ਮਤਲਬ ਹੈ ਧਾਰਨਾ, ਪ੍ਰਿੰਸੀਪਲਸ ਆਫ ਲਾਈਫ। ਜਿੱਦਾਂ ਕੋਈ ਝੂਠ ਬੋਲਦਾ ਹੈ, ਕਹਿੰਦੇ ਆ ਵਿਸ਼ਵਾਸ ਨਾ ਕਰਨਾ, ਇਹਦਾ ਤਾਂ ਧਰਮ ਹੈ ਝੂਠ ਬੋਲਣਾ। ਬਿਲਕੁਲ। ਜੇ ਕੋਈ ਸੱਚਾ ਬੰਦਾ ਹੈ, ਕਹਿੰਦੇ ਇਹੋ ਜਿਹਾ ਬੰਦਾ, ਇਹਨੂੰ ਕੌਣ ਰੋਕ ਸਕਦਾ ਹੈ ਸੱਚ ਬੋਲਣ ਤੋਂ? ਹੁਣ ਤੁਸੀਂ ਮੈਨੂੰ ਦੱਸੋ, ਝੂਠ, ਸੱਚ, ਦਾਨ, ਪੁੰਨੇ ਕੋਈ ਧਰਮ ਹੈ? ਨਹੀਂ। that is only the principle of life, values। ਹਾਂ, ਬਿਲਕੁਲ। ਤੇ ਧਰਮ ਦਾ ਅਰਥ ਸ਼ਰੀਰ ਤੋਂ ਨਹੀਂ ਹੈ, ਮੈਂ ਸਿੱਖ ਹਾਂ ਜਾਂ ਮੈਂ ਜੈਨੀ ਹਾਂ ਜਾਂ ਮੈਂ ਬੌਧੀ ਹਾਂ। ਲੇਕਿਨ ਧਰਮ ਦਾ ਅਰਥ ਹੈ ਧਾਰਨਾ, ਮੇਰਾ ਨਿਯਮ, ਮੇਰੇ ਜ਼ਿੰਦਗੀ ਦਾ ਨਿਯਮ ਕੀ ਹੈ। ਇਸ ਕਰਕੇ ਮੈਂ ਕੌਣ ਹਾਂ, ਬ੍ਰਹਮਾ ਕੁਮਾਰੀਜ਼ ਕੌਣ ਹੈ? ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਸ਼ਰੀਰ ਵਿਨਾਸ਼ੀ ਹੈ, ਆਤਮਾ ਅਵਿਨਾਸ਼ੀ ਹੈ। ਆਤਮਾ ਦੇ ਨਾਤੇ ਅਸੀਂ ਸਾਰੇ ਭਾਈ ਭਾਈ ਹਾਂ। ਤੁਸੀਂ ਉਦਾਂ ਵੀ ਕਈ ਵਾਰ ਸੁਣਿਆ ਹੋਣਾ ਨਾਰਾ, ਹਿੰਦੂ ਚੀਨੀ ਭਾਈ ਭਾਈ। ਹਾਂ, ਬਿਲਕੁਲ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ, ਫਿਰ ਭੈਣਾਂ ਕਿੱਥੇ ਗਈਆਂ? ਹਾਂ, ਬਿਲਕੁਲ। ਭੈਣਾਂ ਕਿੱਥੇ ਗਈਆਂ? ਹਿੰਦੂ ਚੀਨੀ ਭਾਈ ਭਾਈ, ਭੈਣਾਂ ਕਿੱਥੇ ਗਈਆਂ? ਬਿਲਕੁਲ। ਤਾਂ ਇਹ ਐਕਚੁਅਲੀ ਸਪਿਰਿਚੁਅਲ ਗੱਲ ਹੈ, ਸ਼ਰੀਰ ਦੀ ਗੱਲ ਨਹੀਂ ਹੈ। ਲੇਕਿਨ ਆਤਮਾ ਦੇ ਨਾਤੇ ਅਸੀਂ ਇੱਕ ਪਰਮਾਤਮਾ ਦੀ ਸੰਤਾਨ ਹੋਣ ਕਾਰਨ ਆਪਸ ਚ ਭਾਈ ਭਾਈ ਹਾਂ। ਕਿਉਂਕਿ ਜਿਹੜੀ ਜੈਂਡਰ ਦੀ ਗੱਲ ਹੈ, ਇਹ ਆਤਮਾ ਚ ਤੇ ਕੋਈ ਜੈਂਡਰ ਹੀ ਨਹੀਂ ਹੈ, ਤਾਂ ਪੁਆਇੰਟ ਆਫ ਲਾਈਟ ਹੈ, ਉਹ ਤਾਂ ਪੁਆਇੰਟ ਆਫ ਲਾਈਟ ਹੈ, ਨੂਰ ਹੈ। ਬਿਲਕੁਲ। ਇਸ ਕਰਕੇ ਬ੍ਰਹਮਾ ਕੁਮਾਰੀਜ਼ ਜਿਹੜੀਆਂ ਹੈ, ਉਹ ਦੇਹ ਦੇ ਧਰਮ ਨੂੰ ਨਹੀਂ ਮੰਨਦੀਆਂ, ਲੇਕਿਨ ਆਤਮਾ ਦੇ ਧਰਮ ਚ ਵਿਸ਼ਵਾਸ ਕਰਦੀਆਂ। ਉਹ ਇਹ ਕਹਿੰਦੀਆਂ ਆਤਮਾ ਦਾ ਧਰਮ ਹੈ ਸ਼ਾਂਤੀ ਔਰ ਪਵਿੱਤਰਤਾ। ਸਾਡਾ ਓਮ ਸ਼ਾਂਤੀ ਜਿਹੜਾ ਹੈ ਉਹ ਉਚਾਰਨ ਕਰਦੇ। ਓਮ ਮਾਨਾ ਮੈਂ ਆਤਮਾ, ਸ਼ਾਂਤੀ ਮਾਨਾ ਸ਼ਾਂਤ ਸਰੂਪ। ਹੁਣ ਸਮਝੋ ਤੁਹਾਡਾ ਮੂਡ ਖਰਾਬ ਹੈ, ਤੁਸੀਂ ਬੜੇ ਗੁੱਸੇ ਚ, ਮੈਂ ਆਈ, ਮੈਂ ਕਹਾਂਗੀ ਜੀ ਓਮ ਸ਼ਾਂਤੀ, ਤੇ ਤੁਹਾਡਾ ਮੂਡ ਇੱਕਦਮ ਬਦਲ ਜਾਏਗਾ, ਇੱਕ ਬ੍ਰੇਕ ਜਿਹੀ ਲੱਗ ਜਾਏਗੀ। ਹਾਂ, ਮੈਂ ਕੀ ਕਰਦੀ ਪਈ ਹਾਂ, ਮੈਂ ਤਾਂ ਹੂੰ ਹੀ ਸ਼ਾਂਤ ਸਰੂਪ, ਤੇ ਮੈਂ ਕੀ ਕਰਦੀ ਪਈ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਇਸ ਕਰਕੇ ਅਸੀਂ ਆਤਮਾ ਦੇ ਧਰਮ ਨੂੰ ਹੀ ਪਹਿਚਾਨਣਾ ਹੈ, ਜਿਹੜਾ ਸਾਡਾ ਮੂਲ ਧਰਮ ਹੈ। ਤੇ ਮੈਂ ਆਤਮਾ ਉਸ ਪਰਮਾਤਮਾ ਦੀ ਸੰਤਾਨ ਹੈ। ਤੇ ਪਰਮਾਤਮਾ ਜਿਹੜਾ ਤੁਸੀਂ ਕਹਿ ਰਹੇ ਸੀ, ਪਰਮਾਤਮਾ ਦੇ ਇੰਨੇ ਨਾਂ ਕਿਉਂ ਹੈ? ਕਿਉਂਕਿ ਪਰਮਾਤਮਾ ਦਾ ਨਾਮ ਗੁਣਵਾਚਕ ਹੈ, ਕਰਤੱਵਯਵਾਚਕ ਹੈ। ਪਰਮਾਤਮਾ ਨੂੰ ਕਹਿੰਦੇ ਵਿਸ਼ਵਨਾਥ। ਵਿਸ਼ਵਨਾਥ ਸਾਰੇ ਵਿਸ਼ਵ ਦਾ ਮਾਲਿਕ ਹੈ, ਇਸ ਕਰਕੇ ਵਿਸ਼ਵਨਾਥ ਹੈ। ਸਾਨੂੰ ਆ ਕੇ ਸਾਰੇ ਬੰਧਨਾਂ ਤੋਂ ਛੁਡਾ ਦਿੰਦਾ ਹੈ, ਇਸ ਲਈ ਪਸ਼ੂਪਤੀ ਨਾਥ ਹੈ। ਤੇ ਦੀਦੀ, ਵਾਕਈ ਇਹੋ ਜਿਹੀਆਂ ਗੱਲਾਂ ਪਤਾ ਚੱਲੀਆਂ, ਔਰ ਮੈਨੂੰ ਲੱਗਦਾ ਸਾਡੇ ਦਰਸ਼ਕਾਂ ਦੇ ਵੀ ਕਾਫੀ ਭ੍ਰਾਂਤੀਆਂ ਇਸ ਰੱਬ ਨੂੰ ਲੈ ਕੇ, ਵੀ ਰੱਬ ਰਹਿੰਦਾ ਕਿੱਥੇ ਹੈ, ਉਹਦੇ ਅਲੱਗ-ਅਲੱਗ ਨਾਮ ਕੀ ਨੇ, ਇਹ ਤੁਸੀਂ ਸਾਰੇ ਅੱਜ ਭ੍ਰਾਂਤੀਆਂ ਤੁਸੀਂ ਮਿਟਾਤੀਆਂ। ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਓਮ ਸ਼ਾਂਤੀ। ਤੇ ਦਰਸ਼ਕੋ, ਅੱਜ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਅੱਜ ਦੀਦੀ ਨੇ ਰੱਬ ਦਾ ਸਹੀ ਪਰਿਚੈ ਦਿੱਤਾ, ਨਾਲ ਹੀ ਸਾਨੂੰ ਦੱਸਤਾ ਵੀ ਰੱਬ ਕਿੱਥੇ ਰਹਿੰਦਾ। ਤੇ ਹੋਰ ਇੱਕ ਖੁਸ਼ਖਬਰੀ ਤੇ ਇਹ ਮਿਲੀ ਕਿ ਰੱਬ ਇਸ ਦੁਨੀਆ ਦੇ ਵਿੱਚ ਆ ਚੁੱਕਿਆ, ਤੇ ਅਸੀਂ ਕਿਉਂ ਨਾ ਥੋੜੇ ਜਿਹਾ ਪ੍ਰਯਾਸ ਕਰਕੇ ਉਹਦੇ ਪਿਆਰ ਨੂੰ, ਜਿੰਨੇ ਜਨਮਾਂ ਤੋਂ ਅਸੀਂ ਤਰਸੇ ਬੈਠੇ ਹਾਂ, ਉਹਨੂੰ ਮਿਲਣ ਵਾਸਤੇ ਕੋਈ ਨਾ ਕੋਈ ਐਫਰਟਸ ਕਰੀਏ। ਤੇ ਅਗਲੀ ਕੜੀ ਦੇ ਵਿੱਚ ਫਿਰ ਜੁੜਾਂਗੇ ਤੁਹਾਡੇ ਨਾਲ। ਤਾਂ ਤੱਕ ਦੇ ਵਾਸਤੇ ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲੀਵੁੱਡ ਸਟੂਡੀਓ ਸ਼ਾਂਤੀਵਨ। ਮੋਬਾਈਲ ਨੰਬਰ 8094913487। ਈਮੇਲ punjabi.gws@gmail.com। ਹੁੰਦੀ ਜਦੋਂ ਧਰਮ ਦੀ ਹਾਨੀ, ਲੰਘ ਜਾਂਦਾ ਸਿਰ ਉੱਤੋਂ ਪਾਣੀ। ਨਿਰਾਕਾਰ ਆ ਕੇ ਸਾਕਾਰ, ਸੁਣਾਉਂਦੇ ਹਨ ਤੁਰ ਕੀ ਬਾਣੀ, ਸੁਣਾਉਂਦੇ ਹਨ ਤੁਰ ਕੀ ਬਾਣੀ। आओ मिल लो, आओ मिल लो,
धरती ते आए, आओ मिल लो। मिठे मिठे बच्चे आओ मेरे बच्चे, कह सबनू बुलाए, आओ मिल लो। आओ मिल लो, शिव धरती ते आए। ਜਦੋਂ ਪੈਂਦਾ ਪ੍ਰਿਥਵੀ ਤੇ ਪਾਪੀਆਂ ਦਾ ਭਾਰੇ, ਉਦੋਂ ਲੈਂਦੇ ਧਰਤੀ ਤੇ ਸ਼ਿਵ ਅਵਤਾਰੇ। ਜਦੋਂ ਪੈਂਦਾ ਪ੍ਰਿਥਵੀ ਤੇ ਪਾਪੀਆਂ ਦਾ ਭਾਰੇ, ਉਦੋਂ ਲੈਂਦੇ ਧਰਤੀ ਤੇ ਪ੍ਰਭੂ ਅਵਤਾਰੇ, ਪ੍ਰਭੂ ਅਵਤਾਰੇ। ਕੀਤਾ ਵਾਦਾ ਫਿਰ ਤੋਂ ਨਿਭਾਉਣ ਲਈ ਆਏ, ਆਓ ਮਿਲ ਲੋ। ਹੋ ਆਓ ਮਿਲ ਲੋ, आओ मिल लो, प्रभु धरती ते आ।